ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ। ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉਂ ਜਸੋਦਾ ਘਰ ਕਾਨ। ਜਦੋਂ ਤੀਜਾ ਪਹਿਰ ਆਇਆ ਜਵਾਨੀ ਦਾ ਪਹਿਰ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਧਨ ਜੋਬਨ ਸਿਉ ਚਿੱਤ। ਹਰ ਕਾ ਨਾਮ ਨ ਚੇਤਹਿ ਵਣਜਾਰਿਆ ਮਿੱਤਰਾ ਬੱਧਾ ਛੁਟਹਿ ਜਿਤ। ਤੀਜਾ ਪਹਿਰ ਆਇਆ ਤੇ ਜੀਵ ਨੇ ਜਵਾਨੀ ਵਿੱਚ ਪੈਰ ਧਰਿਆ, ਆਪਣੇ ਪਰਿਵਾਰ ਨਾਲ ਲਿਵ ਜੋੜ ਲਈ ਕਾਰੋਬਾਰ ਦੇ ਵਿੱਚ ਲੱਗ ਗਿਆ, ਆਪਣੇ ਪਰਿਵਾਰ ਦੇ ਵਿੱਚ ਖੱਚਤ ਹੋ ਗਿਆ। ਜਿਸ ਨੇ ਜਮਾ ਦੀ ਫਾਂਸੀ ਤੋਂ ਛਡਾਉਣਾ ਸੀ, ਹਰ ਕਾ ਨਾਮ ਨਾ ਚੇਤਹਿ ਵਣਜਾਰਿਆ ਮਿੱਤਰਾ ਬੱਧਾ ਛੁਟਹਿ ਜਿਤ। ਉਹਦਾ ਨਾਮ ਨਾ ਸਿਮਰਿਆ ਤੇ ਫਿਰ ਗੁਰਮੁਖੋ ਚੌਥਾ ਪਹਿਰ ਆ ਗਿਆ। ਸਤਿਗੁਰ ਕਹਿੰਦੇ ਨੇ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ। ਜਦੋਂ ਬੁਢੇਪਾ ਸਰੀਰ ਉੱਤੇ ਆ ਗਿਆ ਤੇ ਫਿਰ ਸਤਿਗੁਰੂ ਕਹਿੰਦੇ ਨੇ ਸਿਰ ਕੰਪਿਓ ਪੱਗ ਡਗ ਮਗੈ, ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਧ ਭਈ। ਤਉ ਨ ਹਰ ਰਸ ਲੀਨ। ਗੁਰਮੁਖੋ ਇਹਦਾ ਅਰਥ ਇਹ ਹੈ ਕਿ ਇਹ ਜੀਵ ਸੰਸਾਰ ਦੇ ਉੱਤੇ ਸਵਾਸਾਂ ਦੀ ਪੂੰਜੀ ਲੈ ਕੇ ਨਾਮ ਦਾ ਵਣਜ ਕਰਨ ਵਾਸਤੇ ਆਇਆ ਸੀ, ਪਰ ਸੰਸਾਰ ਤੇ ਆ ਕੇ ਤੇ ਪਰਮਾਤਮਾ ਨੂੰ ਭੁੱਲ ਗਿਆ। ਜੋ ਇਸ ਮਾਤ ਲੋਕ ਤੇ ਆ ਕੇ ਸੰਸਾਰ ਵਿੱਚ ਆ ਕੇ ਕੁਛ ਕਰਕੇ ਜਾਂਦੇ ਨੇ, ਸੰਸਾਰ ਉਹਨਾਂ ਦੇ ਚਰਨਾਂ ਦੇ ਉੱਤੇ ਹਮੇਸ਼ਾ ਸੀਸ ਝੁਕਾਉਂਦਾ ਹੈ। ਅੱਜ ਚਾਂਦਨੀ ਚੌਂਕ ਦੇ ਦੁਕਾਨਦਾਰਾਂ ਦੇ ਵੱਲੋਂ ਇਸ ਪਾਵਨ ਅਸਥਾਨ ਤੇ ਇਸ ਸਾਲਾਨਾ ਗੁਰਮਤਿ ਸਮਾਗਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 351ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਔਰ ਗੁਰੂ ਕੇ ਸਾਹਿਬਜ਼ਾਦਿਆਂ ਦੀ, ਗੁਰੂ ਕੇ ਸਨਮਾਨਯੋਗ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇੱਕ ਵਿਦਵਾਨ ਮੁਸਲਮਾਨ ਲਿਖਾਰੀ ਹਕੀਮ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, ਉਹ ਕਹਿੰਦਾ ਹੈ ਕਿ ਮੇਰੀ ਅੱਖ ਕੇਵਲ ਇੱਕ ਬੁਲਬੁਲੇ ਵਰਗੀ ਹੈ, ਪਰ ਇਹ ਕਲਗੀਧਰ ਪਾਤਸ਼ਾਹ ਤੇਰਾ ਜੀਵਨ ਤੇ ਇੱਕ ਸਮੁੰਦਰ ਵਰਗਾ ਹੈ। ਮੈਂ ਕੀ ਕਰਾਂ, ਮੈਂ ਕਦੇ ਤੇਰੇ ਕਿਨਾਰਿਆਂ ਨੂੰ ਤੱਕਦਾ, ਕਦੇ ਤੈਨੂੰ ਵਿਚਾਲਿਓਂ ਤੱਕਦਾ, ਕਦੀ ਅਖੀਰ ਤੋਂ ਤੱਕਦਾ, ਪਰ ਮੇਰੀ ਨਜ਼ਰ ਇੰਨੀ ਤੇਜ਼ ਨਹੀਂ ਇੱਕ ਬੁਲਬੁਲੇ ਦੀ ਕਿ ਮੈਂ ਇੱਕ ਸਾਗਰ ਨੂੰ ਤੱਕ ਸਕਾਂ। ਉਹ ਲਿਖਦਾ ਹੈ ਕਿ ਇੱਕ ਆਂਖ ਸੇ ਕੈਸੇ ਬੁਲਬੁਲਾ ਬਹਿਰ ਕੋ ਦੇਖੇ, कभी साहिल मंझ धार कभी लहर को देखे। वो लिखदा इंसाफ करे जी में जमाना तो यकीन है। ऐसे गुरमुखो उस सतगुरु गुरु कलगीधर पातशाह दे पुत्र और सपुत्रियां बन के गुरु की हजूरी विच बैठे आ। वो मुसलमान लिखारी लिखदा कि जेकर कोई जमाना अपने मन अंदरों धुर अंदरों गुरु कलगी वाले पातशाह दे नाल इंसाफ करे तो गुरु कलगीधर पातशाह वर्गा कोई संसार ते दूजा होया ही कोई नहीं ते ना होएगा। वो कहता इंसाफ करे जी में जमाना तो यकीन है, कह दे तो गोबिंद का सानी ही नहीं है। कहते गुरु कलगीधर पातशाह वर्गा होर कोई नहीं। तो गुरमुखो ओदियां ये दो लाइनां लिखण दे बदले उस हकीम अल्ला यार खां जोगी नूं इस्लाम दे विचों कढ दिता गया। ये शर्त रखी गई कि जेकर तू ये दो लाइनां अपने किसे दे विचों बाहर कढ दे ते तैनूं वापस इस्लाम विच शामिल कर लिया जाएगा। पर वो हकीम अल्ला यार खां कहंदा नहीं, मैं तो ये गल पहलां लिखी है कि इंसाफ करे जी में जमाना तो यकीन है। जेकर मैं ओदियां ਇਹ ਲਾਈਨਾਂ ਆਪਣੇ ਕਿਸੇ ਦੇ ਵਿੱਚੋਂ ਕੱਢ ਦਿੱਤੀਆਂ ਤੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਇਨਸਾਫ ਨਹੀਂ ਹੋਏਗਾ। ਉਹ ਕਹਿੰਦਾ ਹਰ ਚੰਦ ਮੇਰੇ ਹਾਥ में पुरजोर कलम है, सतगुरु के लिखूं वसफ ये ताबे रकम है। ਉਹ ਕਹਿੰਦਾ ਮੇਰੇ ਹੱਥ ਵਿੱਚ ਕਲਮ ਬੜੀ ਤੇਜ਼ ਹੈ, ਬਹੁਤ ਤੇਜ਼ ਲਿਖਦੀ ਹੈ, पर मेरी कलम विच इन्नी ताकत नहीं कि मैं गुरु कलगीधर पातशाह की सिफत लिख सकां। मैं लिख नहीं सकता। लाला दौलत राय जी लिखते ने
ਉਹ ਕਹਿੰਦੇ ਨੇ ਜਦੋਂ ਪਰਵਤਗਾਰ ਨੇ, ਪ੍ਰਮਾਤਮਾ ਨੇ ਸਾਰੇ ਸੰਸਾਰ ਦੀ ਸੂਰਮਤਾਈ ਇਕੱਤਰ ਕੀਤੀ, ਜਦੋਂ ਪ੍ਰਮਾਤਮਾ ਨੇ ਸਾਰੇ ਸੰਸਾਰ ਦਾ ਸੁਹੱਪਣ ਇਕੱਠਾ ਕੀਤਾ, ਜਦੋਂ ਸੰਸਾਰ ਦੀ ਸਾਰੀ ਸਿਆਣਪ ਉਸ ਪ੍ਰਮਾਤਮਾ ਨੇ ਇਕੱਠੀ ਕੀਤੀ, ਤੇ ਉਸ ਸਭ ਕੁਝ ਤੋਂ ਜੋ ਇੱਕ ਮੁਜੱਸਮਾ ਬਣਿਆ, ਉਹਦਾ ਨਾਮ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਤੇ ਗੁਰਮੁਖੋ ਸਮਾਂ ਇੰਨਾ ਨਹੀਂ ਕਿ ਬਹੁਤ ਕੁਝ ਆਪ ਦੇ ਸਨਮੁਖ ਕਹਿ ਸਕਾਂ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਬਾਰੇ ਵਿੱਚ ਉਹ ਹਕੀਮ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, ਉਹ ਕਹਿੰਦਾ ਕਿ ਜਦੋਂ ਸਤਿਗੁਰਾਂ ਨੇ ਕਿਲ੍ਹਾ ਲੋਹਗੜ੍ਹ ਸਾਹਿਬ ਨੂੰ ਛੱਡਿਆ, ਸਫਰੇ ਸ਼ਹਾਦਤ ਸ਼ੁਰੂ ਕੀਤਾ, ਜਿੱਥੇ ਪਰਿਵਾਰ ਵਿਛੋੜਾ ਸਾਹਿਬ ਦਾ ਅਸਥਾਨ ਹੈ, ਬਹੁਤ ਭਾਰੀ ਜੰਗ ਉੱਥੇ ਉਹਨਾਂ ਨੇ ਕੀਤੀ। ਅੰਮ੍ਰਿਤ ਵੇਲਾ ਹੋਇਆ, ਮੀਂਹ ਪੈ ਰਿਹਾ, ਪੋਹ ਦਾ ਮਹੀਨਾ ਹੈ, ਸਰਦੀ ਬਹੁਤ ਹੈ, ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਗੁਰਦੁਆਰਾ ਪਰਿਵਾਰ ਵਿਛੋੜਾ ਵਾਲੀ ਥਾਂ ਤੇ ਬੈਠ ਕੇ ਆਪ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਇੱਕ ਪਿੱਛੇ 10 ਲੱਖ ਦਾ ਮੁਲਕਈਆ, 10 ਲੱਖ ਵੈਰੀ ਪਿੱਛੇ ਚੜ੍ਹ ਕੇ ਆ ਰਿਹਾ ਹੈ, ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਇਹਨੇ ਵਿਖੜੇ ਸਮੇਂ ਦੇ ਵਿੱਚ ਵੀ ਆਪਣਾ ਨਿਤਨੇਮ ਨਹੀਂ ਛੱਡਿਆ, ਅੰਮ੍ਰਿਤ ਵੇਲੇ ਬਹਿ ਕੇ ਉੱਥੇ ਕੀਰਤਨ ਕੀਤਾ। ਸਰਸਾ ਪਾਰ ਕੀਤੀ ਹੈ, ਕੁਝ ਸਿੰਘ ਸਰਸਾ ਦੀ ਭੇਟ ਚੜ੍ਹ ਗਏ, ਸਾਹਿਤ ਰੁੜ ਗਿਆ, ਖਜ਼ਾਨਾ ਰੁੜ ਗਿਆ, ਗੁਰੂ ਸਾਹਿਬ ਦੇ ਪਰਿਵਾਰ ਦੇ 3 ਹਿੱਸੇ ਹੋ ਗਏ। ਮਾਤਾਵਾਂ ਭਾਈ ਮਨੀ ਸਿੰਘ ਸਾਹਿਬ ਜੀ ਦੇ ਨਾਲ ਦਿੱਲੀ ਵੱਲ ਨੂੰ ਆ ਗਈਆਂ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਕੁੰਮੇ ਮਾਸ਼ਕੀ ਦੀ ਛੰਨ ਵੱਲ ਨੂੰ ਚਲੇ ਗਏ, ਤੇ ਗੁਰੂ ਕਲਗੀਧਰ ਪਾਤਸ਼ਾਹ ਥੋੜ੍ਹੇ ਜਿਹੇ ਸਿੰਘਾਂ ਨੂੰ ਨਾਲ ਲੈ ਕੇ 2 ਸਾਹਿਬਜ਼ਾਦੇ ਅਤੇ 5 ਪਿਆਰੇ ਸਾਹਿਬਾਨ ਨੂੰ ਨਾਲ ਲੈ ਕੇ ਸਰਸਾ ਨੂੰ ਪਾਰ ਕਰ ਗਏ। ਜਦੋਂ ਚਮਕੌਰ ਦੀ ਕੱਚੀ ਗੜੀ ਵਿੱਚ ਸਤਿਗੁਰੂ ਪਹੁੰਚੇ ਨੇ ਨਾ, ਉਹ ਹਕੀਮ ਅੱਲਾ ਯਾਰ ਖਾਂ ਲਿਖਦਾ, ਕਹਿੰਦੇ ਆਪਣੇ ਖੰਜਰ ਨੂੰ ਕੱਢ ਕੇ ਕੱਚੀ ਗੜੀ ਦੀ ਕੰਧ ਵਿੱਚੋਂ ਥੋੜ੍ਹੀ ਜਿਹੀ ਮਿੱਟੀ ਕੱਢ ਕੇ ਆਪਣੇ ਹੱਥ ਉੱਤੇ ਲੈ ਕੇ ਤੇ ਉਹ ਆਪਣੀ ਨਾਸਕਾ ਦੇ ਨਾਲ ਲੈ ਕੇ ਸੁਗੰਧੀ ਲੈਂਦੇ ਨੇ, ਤੇ ਕਹਿੰਦੇ ਨੇ ਜਿਸ ਖਿੱਤੇ ਮੇਂ ਥਾ ਆਨਾ ਇਹ ਵਹੀ ਹੈ, ਯਹਾਂ ਬੱਚੋਂ ਕੋ ਕਟਾਨਾ ਇਹ ਵਹੀ ਹੈ। ਤੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਛੱਤ ਉੱਪਰ ਗਏ ਨੇ, ਤੇ ਇਤਿਹਾਸ ਕਹਿੰਦਾ ਕਿ ਛੱਤ ਉੱਪਰ ਕੋਈ ਛੱਤ ਨਹੀਂ, ਕੇਵਲ ਅਸਮਾਨ ਦੀ ਛੱਤ ਹੈ, ਸਰਦੀ ਦੇ ਦਿਨ ਨੇ, ਬਰਫ਼ ਵਰਗੀ ਠੰਡ ਹੈ। ਸਤਿਗੁਰਾਂ ਦੇ ਵਾਸਤੇ ਇੱਕ ਖੇਮੇ ਦਾ ਪ੍ਰਬੰਧ ਸਿੰਘਾਂ ਨੇ ਕੀਤਾ, ਪਰ ਸਤਿਗੁਰੂ ਖੇਮੇ ਦੇ ਵਿੱਚ ਵੜੇ ਨਹੀਂ। ਕੁਝ ਸਿੰਘ ਬਾਹਰਲੇ ਪਾਸੇ ਅਸਮਾਨ ਦੇ ਹੇਠਾਂ ਖੁੱਲ੍ਹੀ ਛੱਤ ਦੇ ਹੇਠਾਂ ਸੌਂ ਗਏ, ਤੇ ਇਤਿਹਾਸ ਕਹਿੰਦਾ ਕਿ ਕੁਝ ਲੇਟ ਗਏ ਜ਼ਮੀਨ ਪੇ ਜੀ ਪੋਸ਼ ਬਿਛਾकर, ਕਈ ਪਹਿਰਾ लगे देने तलवार को उठाकर, गोविंद भी शाबाश हुए खेमे में जाकर, देखा तो बैठे हैं गर्दन को झुकाकर। वाहिगुरु वाहिगुरु था मुँह से निकलता, तू ही तू था मुँह से निकलता। जब 1.5 घड़ी रात गुजरी जिक्रे खुदा में, खेमे से बाहर आए सरकार हवा में, कदमों से टहलते थे दिल था दुआ में। करतार को कहते हैं खुश हूँ तेरी रज़ा में, खुदा को कहते हैं गोया रूबरू होकर। कल चमकौर से जाऊँगा मैं सुरखरू होकर, मैं हूँ तेरा ये बच्चे भी तेरे हैं मेरे मौला, जिस हाल में तू रखे वही हाल है अच्छा। ਜਦੋਂ ਗੁਰਮੁਖੋ ਦਿਨ ਚੜ੍ਹਿਆ, ਜੰਗ ਸ਼ੁਰੂ ਹੋਈ, ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਸਤਿਗੁਰਾਂ ਦੇ ਕੋਲ ਆ ਕੇ ਆਗਿਆ ਮੰਗਦੇ ਨੇ, ਕਹਿੰਦੇ ਨੇ ਪਿਤਾ ਜੀ ਮੈਨੂੰ ਆਗਿਆ ਦਿਓ, ਮੈਂ ਮੈਦਾਨੇ ਜੰਗ ਵਿੱਚ ਜਾ ਕੇ ਸ਼ਹੀਦ ਹੋਵਾਂ। ਸਤਿਗੁਰੂ ਕਹਿੰਦੇ ਅਜੀਤ ਸਿੰਘ ਤੈਨੂੰ ਆਪਣੇ ਨਾਮ ਦਾ ਪਤਾ ਹੈ? ਕਹਿੰਦੇ ਹਾਂ ਸਤਿਗੁਰੂ, ਹਾਂ ਪਿਤਾ ਜੀ ਮੇਰਾ ਨਾਮ ਅਜੀਤ ਸਿੰਘ ਹੈ। और हकीम जी लिखते ने नाम का अजीत हूँ, जीता नहीं जाऊँगा, जीता अगर गया तो जीता नहीं आऊँगा। बाबा अजीत सिंह साहब जी मैदाने जंग विच जाके शहीद हो गए, ते बाबा जुझार सिंह साहब जी आके सतगुरां दे कोलों आग्या मंगते ने, उन्हां नूं सतगुरां ने अपने हत्थीं शास्त्र सजा के तोरिया, ते कहते ने लो देते हैं खंजर इसे शमशीर समझना, नेजों को तुम दादा के तीर समझना, जो मर जाए इनसे उन्हें बेपीर समझना।
जब तीर कलेजे में लगे मेरी जान सी नहीं करना, उफ मेरी जान मुख से कभी भी नहीं उचरना। बाबा जुझार सिंह साहब जी जाके मैदाने जंग विच लड़ते हुए शहीदियां प्राप्त कर गए ते गुरु कलगीधर पातशाह दियोड़ी दे गढ़ी दी ममटी ते खलो के ये शब्द उच्चारण करते ने, कबीर मेरा मुझ मह किश नहीं, जो किश है सो तेरा, तेरा तुझको सौंपते, क्या लागै मेरा, जिसकी बस्त तिस आगे राखै, प्रभ की आग्या मानै माथे। ਗਿਆਨੀ ਸੋਹਣ ਸਿੰਘ ਜੀ ਸੀਤਲ ਲਿਖਦੇ ਨੇ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਹਮਣੇ ਹੋ ਗਿਆ ਉਹ ਬੇਰਾ ਬੇਰਾ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ, तेरा तुझको सौंपते क्या लागै मेरा, वाहो वाहो गोबिंद सिंह धन तेरा जेरा। बाबा जुझार सिंह साहब जी भी चमकौर की गढ़ी विच शहीदी पा गए। उधर गुरु के छोटे लाल जिन्हां नूं मनाउण दे बहुत यतन कीते गए। मैं एक बेनती करां, अज साडे सिख समाज अंदर खास करके एक उलामा सानू सारियां नूं, कमेटियां नूं, श्रोमणी कमेटी नूं दिता जांदा है कि ईसाईयत दा प्रचार बहुत हो रहा है। ईसाई लोग फ्री दियां किताबां, फ्री दियां जो स्कूल दी ड्रैसिज ने वो दे के ते जिहड़े छोटे कुछ फिरके दे परिवार ने उन्हां नूं भरमाउण दे यतन विच ने लोग ईसाई बनते जा रहे ने। ते मुआफ करना गुरमुखो, ऐसी उस पंथ दे वारिस हां, उस गुरु दे सपुत्र हां जिस गुरु दे सपुत्रा ने बादशाहियां नहीं लईयां, गवर्नरियां नहीं लईयां, आपा कुर्बान कीते। 7 साल ते 9 साल की उम्र है, लालच दिते गए पर गुरु के लाला ने ईन नहीं मन्नी। फतवा जारी किया गया कि इन्हां नूं नीहां दे विच चिण के शहीद किया जाए। ते अल्लाह यारखां जोगी लिखते ने, वो कहते ने, ठोडी तक ईंटें चींधी गई, मुंह पे आ गई, बीनी को ढांपते वो आँखों पे छा गई, हर चंद सी जबी को ग्रहण सा लगा गई, लगते जिगर गोबिंद के वो दोनों छुपा गई। जोगी जी इस बात को हुई थोड़ी ही देर थी, बस्ती सरहंद की ईंटों का ढेर थी। और वो अल्लाह यारखां लिखदा है, वो कहंदा है, बस एक ही तीर्थ है हिंद में यात्रा के लिए, कटाए जहां बच्चे बाप ने खुदा के लिए। वो कहंदा कि दुनिया दे लोगो, ए खालसा जीओ, जेकर तू यात्रा करनी है तो मैं कहना कि इक्को एक तीर्थ है हिंदुस्तान दे विच, वो है चमकौर दी गढ़ी, वो है फतेहगढ़ साहिब की धरती, जिस पावन धरती ते कलगीधर दशमेश पिता ने अपने लाल, अपने साहिबजादे शहीद करवा के सानू ये शब्द कहे सन कि इन पुत्रन के शीस पर वार दिए सुत चार, चार मुए तो क्या हुआ, जीवत कई हजार। साडे वास्ते गुरु कलगीधर पातशाह ने आपा कुर्बान किया। एक विद्वान लिखता है, वह कहता, तेरे नाल मैं देवां तशबीह कीनों, हर गल पई जापदी ओ प्रिय, तेरे गातरे कृपान दी थां पिता दी पसली है, तेरे हथ ढाल नहीं पुत्र दी खोपरी है। जिन्हें अपना पिता शहीद करवाया, अपने साहिबजादे शहीद करवाए, अपनी माता शहीद करवाई, सरबंस कुर्बान करके ते सानू ये सरदारी बख्शिश की है, सानू ये जीवन बख्शिश किया है। एक फकीर लिखता है, वह कहता, ना कहूँ अब की ना कहूँ तब की, बात कहूँ मैं जब की, अगर ना होते गुरु गोबिंद सिंह सुन्नत होती सबकी। जेकर गुरु कलगीधर पातशाह कुर्बानी ना करते तो गुरमुख अज बाकी दे इस्लामिक स्टेटां दे वांग ये हिंदुस्तान भी एक इस्लामिक मुल्क होना सी। गुरु कलगीधर पातशाह दे सपुत्र और सपुत्रियां बणीਆਂ, जिवें हुणे गुरमुख प्यारे आप जी नूं ये बेनती करके गए ने कि कदे सानू ये कहना ना पवे
ਕਿਸੇ ਸਿੱਖ ਨੂੰ ਇਹ ਸ਼ਬਦ ਨਾ ਕਹਿਣਾ ਪਏ ਕਿ ਤੂੰ ਅੰਮ੍ਰਿਤ ਛਕ ਲੈ, ਕਿਉਂਕਿ ਸਿੱਖ ਵਾਸਤੇ ਸਭ ਤੋਂ ਪਹਿਲੀ ਰਹਿਤ ਹੀ ਅੰਮ੍ਰਿਤਪਾਨ ਕਰਨਾ ਹੈ। ਪ੍ਰਥਮ ਰਹਿਤ ਇਹ ਜਾਨ, ਖੰਡੇ ਕੀ ਪਾਹੁਲ ਛਕੈ, ਸੋਈ ਸਿੰਘ ਪ੍ਰਧਾਨ, ਅਵਰ ਨ ਪਾਹੁਲ ਜੋ ਲੈ। ਸਿੱਖ ਦੀ ਸਭ ਤੋਂ ਪਹਿਲੀ ਰਹਿਤ ਹੀ ਅੰਮ੍ਰਿਤਪਾਨ ਕਰਨਾ ਹੈ। ਅੰਮ੍ਰਿਤ ਛਕੀਏ, ਸਿੰਘ ਸਜੀਏ, ਸਿੰਘ ਸਜ ਕੇ ਗੁਰੂ ਕੀ ਮਰਿਆਦਾ ਦੇ ਅਨੁਸਾਰ ਆਪਣੇ ਜੀਵਨ ਨੂੰ ਗੁਰੂ ਕਰਦਿਆਂ ਹੋਇਆਂ ਸਫਲਾ ਕਰਨ ਦਾ ਯਤਨ ਕਰੀਏ। ਕੋਟਾਨ ਕੋਟ ਸ਼ੁਕਰਾਨਾ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਔਰ ਧੰਨਵਾਦ ਹੈ ਸਾਡੇ ਸਨਮਾਨਯੋਗ ਸਰਦਾਰ ਸਤਨਾਮ ਸਿੰਘ ਜੀ ਸਲੂਜਾ ਅੰਮ੍ਰਿਤਸਰ ਵਾਲੇ, ਔਰ ਭੈਣ ਜੀ ਪਰਮਜੀਤ ਕੌਰ ਪਿੰਕੀ ਜੋ ਬਾਬਾ ਤੇਜਭਾਨ ਸਿੰਘ ਜੀ ਦੀ ਸਪੁੱਤਰੀ ਹੈ, ਜਿਵੇਂ ਹੁਣੇ ਹੀ ਆਪ ਜੀ ਨੂੰ ਸਟੇਜ ਤੋਂ ਦੱਸ ਕੇ ਗਏ ਨੇ। ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਹੁਕਮ ਕਰਕੇ ਆਪ ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਬਖਸ਼ਿਸ਼ ਕੀਤਾ। ਸੰਗਤ ਵੱਲੋਂ ਉਹਨਾਂ ਦੇ ਰਾਹੀਂ ਹੁਕਮ ਮਿਲਿਆ ਤੇ ਆਪ ਦੇ ਦਰਸ਼ਨ ਹੋਏ ਨੇ। ਬਹੁਤ ਵੱਡੀਆਂ ਸੇਵਾਵਾਂ ਗੁਰੂ ਅੰਗਦ ਦੇਵ ਜੀ ਨਿਵਾਸ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ, ਸੱਚਖੰਡ ਸ਼੍ਰੀ ਹਜੂਰ ਸਾਹਿਬ ਹੈ, ਨਾਨਕ ਝੀਰਾ ਸਾਹਿਬ ਬਿਦਰ ਵਿਖੇ ਸਰਾਂ ਸੰਗਤ ਦੀ ਸਹੂਲਤ ਵਾਸਤੇ ਬਣਾਈ ਹੈ। ਬਹੁਤ ਹੀ ਨਾ ਮਾਤਰ ਜਾਂ ਕਿਰਾਇਆ, ਕੇਵਲ ਮੇਨਟੇਨ ਕਰਨ ਵਾਸਤੇ 200 ਰੁਪਈਆ ਸ਼ਾਇਦ ਕਿਰਾਇਆ ਕਮਰੇ ਦਾ ਉਹਨਾਂ ਨੇ ਰੱਖਿਆ ਹੋਇਆ ਹੈ। ਔਰ ਬਹੁਤ ਵੱਡੀਆਂ ਸੇਵਾਵਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਦੀਆਂ ਸੇਵਾਵਾਂ, ਕਿਉਂਕਿ ਅਸੀਂ ਸਾਰਾ ਕੁਝ ਅੱਖੀਂ ਦੇਖਿਆ ਹੈ। ਆਪ ਸੰਗਤ ਦੇ ਸਹਿਯੋਗ ਨਾਲ ਖੋਸਤ ਦੀ ਸੰਗਤ, ਕਾਬੁਲ ਦੀ ਸੰਗਤ, ਅਫਗਾਨਿਸਤਾਨ ਦੀ ਸੰਗਤ, ਦਿੱਲੀ ਦੀ ਸੰਗਤ ਰਲ ਕੇ ਬਹੁਤ ਵੱਡੀਆਂ ਸੇਵਾਵਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਵੀ ਭੈਣ ਜੀ ਪਰਮਜੀਤ ਕੌਰ ਅਤੇ ਸਰਦਾਰ ਸਤਨਾਮ ਸਿੰਘ ਜੀ ਦੇ ਰਾਹੀਂ ਕਰਵਾ ਰਹੇ ਨੇ। ਵੱਧ ਤੋਂ ਵੱਧ ਸਹਿਯੋਗ ਕਰਕੇ ਜੋ ਸੇਵਾਵਾਂ ਆਰੰਭ ਕੀਤੀਆਂ ਹੋਈਆਂ ਨੇ, ਸਹਿਯੋਗ ਕਰਕੇ ਉਹਨਾਂ ਸੇਵਾਵਾਂ ਨੂੰ ਸਫਲਾ ਕਰਨ ਦਾ ਆਪਾਂ ਸਾਰੇ ਯਤਨ ਕਰੀਏ। ਧੰਨਵਾਦ ਹੈ ਭਾਈ ਉੱਤਮ ਸਿੰਘ ਜੀ ਹੋਰਾਂ ਦਾ, ਭਾਈ ਬਲਵੰਤ ਸਿੰਘ ਜੀ ਹੋਰਾਂ ਦਾ, ਭਾਈ ਵਰਿੰਦਰ ਸਿੰਘ ਜੀ ਹੋਰਾਂ ਦਾ, ਜਿਨ੍ਹਾਂ ਨੇ ਹੁਕਮ ਕਰਕੇ ਆਪ ਸੰਗਤ ਦੇ ਦਰਸ਼ਨ ਕਰਵਾਏ ਨੇ। ਮਾਨਯੋਗ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ, ਜਿਨ੍ਹਾਂ ਨੇ ਆਪਣੇ ਜੀਵਨ ਦਾ ਬਹੁਤ ਲੰਬਾ ਅਰਸਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੇਵਾਵਾਂ ਕੀਤੀਆਂ ਨੇ, ਬਹੁਤ ਲੰਬਾ ਸਮਾਂ ਕੌਮ ਦੀ ਅਗਵਾਈ ਕੀਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ, ਉਹ ਵੀ ਸਟੇਜ ਦੇ ਉੱਤੇ ਸੁਭਾਇਮਾਨ ਨੇ, ਉਹਨਾਂ ਦਾ ਵੀ ਧੰਨਵਾਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਬਕਾ ਮੁੱਖ ਅਰਦਾਸੀਏ ਭਾਈ ਸਾਹਿਬ ਭਾਈ ਧਰਮ ਸਿੰਘ ਜੀ, ਜੋ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਨ ਵਾਸਤੇ ਪਹੁੰਚੇ ਹੋਏ ਨੇ, ਉਹਨਾਂ ਦਾ ਵੀ ਧੰਨਵਾਦ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਔਰ ਸਤਿਗੁਰਾਂ ਦੇ 351ਵੇਂ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ। ਔਰ ਗੁਰੂ ਕੇ ਲਾਲ ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ, ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ ਅਤੇ ਸਾਡੇ ਪੂਜਨੀਕ ਮਾਤਾ ਗੁਜਰ ਕੌਰ ਜੀ ਦੇ ਸ਼ਹਾਦਤ ਦੇ ਦਿਹਾੜੇ ਤੇ ਜੋ ਆਪ ਜੀ ਨੇ ਇਹ ਸਮਾਗਮ ਸਮਰਪਿਤ ਰੱਖੇ ਹੋਏ ਨੇ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਆਪ ਸੰਗਤ ਦੇ ਪਾਸੋਂ ਖਿਮਾ ਦਾ ਜਾਚਕ ਹਾਂ। ਭੁੱਲ ਚੁੱਕ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਸਿੰਘ ਸਾਹਿਬ ਰਘਵੀਰ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ, ਜੋ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਮਾਨ ਗੁਰਮਤ ਸਮਾਗਮ ਵਿੱਚ ਪੁੱਜੇ ਨੇ। ਆਪ ਜੀ ਨੇ ਗੁਰਮਤ ਵਿਚਾਰਾਂ ਇਹਨਾਂ ਪਾਸੋਂ ਗੁਰਬਾਣੀ ਵਿਚਾਰ ਰਾਹੀਂ ਵੀ ਆਪ ਸਰਵਣ ਕੀਤਾ। ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ, ਆਪਣੇ ਮਨ ਨੂੰ ਸਮਝਾਉਣ ਵਾਸਤੇ ਸੁਣ ਮਨ ਅਕਥ ਕਥਾ ਹਰ ਨਾਮ, ਰਿੱਧ ਬੁੱਧ ਸਿੱਧ ਸੁਖ ਪਾਵੇਂ ਭਜ ਗੁਰਮਤਿ ਹਰ ਰਾਮ ਰਾਮ। ਜਿਨ੍ਹਾਂ ਨੇ ਪਿਆਰ ਤੇ ਸਤਿਕਾਰ ਨਾਲ ਗੁਰਬਾਣੀ ਵਿਚਾਰ ਇਤਿਹਾਸ ਸੁਣਿਆ ਹੈ, ਉਹ ਤਨਤਾ ਯੋਗ ਹੋਣ, ਉਹਨਾਂ ਦੇ ਰਿੱਧੀਆਂ ਸਿੱਧੀਆਂ ਉਹਨਾਂ ਦੇ ਕਦਮਾਂ ਵਿੱਚ ਹਨ। ਗੁਰੂ